ਪ੍ਰਤੱਖ ਦੇ ਪਾਰ ਬ੍ਰਹਮ ਸਾਮੀ, ਆਦ ਰੂਪ ਪੋਖਨ ਪਰਨੰ। ਸਤਿਗੁਰ ਗੁਰ ਸੇਵ, ਅਲਖ ਗਤ ਜਾਂ ਕੀ। ਸ਼੍ਰੀ ਰਾਮਦਾਸ ਤਾਰਨ ਤਰਣੰ। ਮੁਕਤਾ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਹੇ। ਤਹਾਂ ਬਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਹੇ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜਿਉ। ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਏ, ਦੂਜੀ ਸੇਵਾ ਜੀਵਨ ਬਿਰਥਾ ਜਾਏ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪਾਂ ਇੱਕ ਅਹਿਮ ਨੁਕਤੇ 'ਤੇ ਗੱਲ ਕਰ ਰਹੇ ਹਾਂ। ਸੇਵਾ ਸੇਵਾ ਕਿਸ ਦੀ ਕਰਨੀ ਆ, ਸੇਵਾ ਕਿਵੇਂ ਕਰਨੀ ਆ, ਇਹ ਸਾਡਾ ਵਿਸ਼ਾ ਸੀ ਪਿਛਲੀ ਵਾਰੀ। ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਇੱਕ ਬਚਨ ਕੀਤਾ। ਜਦੋਂ ਅਸੀਂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਸ ਫਾਨੀ ਸੰਸਾਰ ਤੋਂ ਸਰੀਰਕ ਤੌਰ 'ਤੇ ਕੂਚ ਕਰਨ ਲੱਗੇ ਨਾ, ਜਾਣ ਲੱਗੇ, ਅਤੇ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਖੀਰ 'ਤੇ ਕੁਝ ਬਚਨ ਕਹੇ ਨੇ। ਮੈਂ ਅੱਗੇ ਵੀ ਕਹਿਣਾ ਨਾ ਕਿ ਜਦੋਂ ਕੋਈ ਬਜ਼ੁਰਗ ਮਹਾਂਪੁਰਖ ਗੁਰੂ ਪੀਰ ਸੰਸਾਰ ਤੋਂ ਤੁਰਨ ਲੱਗਦਾ ਨਾ, ਤਾਂ ਆਪਣੀ ਜ਼ਿੰਦਗੀ ਦਾ ਤਜਰਬਾ, ਸਾਰੀ ਜ਼ਿੰਦਗੀ ਦਾ ਨਿਚੋੜ ਦੱਸ ਕੇ ਜਾਂਦਾ ਹੈ। ਸਮਝਾਉਂਦਾ ਤਾਂ ਸਾਰੀ ਜ਼ਿੰਦਗੀ ਰਹਿੰਦਾ ਹੈ, ਪਰ ਜਦੋਂ ਕੋਈ ਮਹਾਂਪੁਰਖ ਇੱਕ ਫਾਨੀ ਸੰਸਾਰ ਤੋਂ ਕੂਚ ਕਰਦਾ ਤਾਂ ਉਹ ਖਾਸ ਹਦਾਇਤਾਂ ਕਰਕੇ ਜਾਂਦਾ, ਕਿਉਂਕਿ ਉਹਨੇ ਸਾਰੀ ਜ਼ਿੰਦਗੀ ਘਾਲ ਕੇ ਆਪਣਾ ਕੋਈ ਧਰਮ ਚਲਾਇਆ ਹੁੰਦਾ ਹੈ। ਭਾਈ ਗੁਰਦਾਸ ਨੇ ਲਿਖਿਆ ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਧਰਮ ਚਲਾਇਆ ਨਾ, ਤੇ ਬੜੀ ਮਿਹਨਤ ਕਰਨੀ ਪਈ। ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ। ਜੰਗਲਾਂ ਬੇਲਿਆਂ 'ਚ ਰਹਿ ਕੇ, ਰੁੱਖਾਂ ਥੱਲੇ ਰਹਿ ਕੇ, ਭੁੱਖਿਆਂ ਤੇ ਆਇਆਂ ਰਹਿ ਕੇ, ਤੇ ਗੁਰੂ ਨਾਨਕ ਸਾਹਿਬ ਨੇ ਆਪਣਾ ਧਰਮ ਚਲਾਇਆ। 4 ਕੁੰਟਾਂ ਦਾ ਭਰਮਣ ਕੀਤਾ। ਅਤੇ ਜਦੋਂ ਫਿਰ ਐਡੀ ਕੋਈ ਮਿਹਨਤ ਦੇ ਨਾਲ ਜਦੋਂ ਕੋਈ ਚੀਜ਼ ਤਿਆਰ ਕਰਦਾ, ਫਿਰ ਉਹ ਜਾਣ ਲੱਗਾ, ਫਿਰ ਅਖੀਰ 'ਤੇ ਹਦਾਇਤਾਂ ਕਰ ਜਾਂਦਾ। ਅਤੇ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਫਾਨੀ ਸੰਸਾਰ ਤੋਂ ਤੁਰਨ ਲੱਗੇ ਨੇ, ਜਾਣ ਲੱਗੇ ਨੇ, ਅਤੇ ਉਹ ਹਦਾਇਤਾਂ ਕਰਕੇ ਗਏ ਨੇ। ਫਿਰ ਹਜ਼ੂਰ ਸਾਹਿਬ ਦੀ ਧਰਤੀ 'ਤੇ ਮਹਾਰਾਜ ਨੇ ਬਚਨ ਕੀਤੇ ਨੇ, ਅਤੇ ਉਹ ਸਾਡੇ ਵਿਦਵਾਨਾਂ ਨੇ, ਕਵੀਆਂ ਨੇ ਲਿਖੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ 52 ਬਚਨ ਕਹੇ ਨੇ ਜਾਣ ਲੱਗਿਆਂ। ਇਹ ਸਾਡੇ ਜਾਣ ਤੋਂ ਬਾਅਦਾਂ ਤੁਸਾਂ ਕੀ ਕਰਨਾ ਜੀ। ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਦਾਨ ਦੇ ਸਤਿਗੁਰ ਕੇ ਰੂੜਾ। ਦਾਨ ਕਿੱਥੇ ਦੇਣਾ ਤੁਸਾਂ? ਉਹਦੇ 'ਚ ਇੱਕ ਬਚਨ ਇਹ ਵੀ ਆਉਂਦਾ ਕਿ ਸਿੱਖ ਨੇ ਧਰਮ ਦੀ ਕਿਰਤ ਕਰਨੀ ਆ। ਸਿੱਖ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਇਹ ਵੀ ਬਚਨ ਆਉਂਦਾ ਕਲਗੀਧਰ ਦਾ। ਤੇ ਅਕਾਲ ਪੁਰਖ ਦਾ ਧਿਆਨ ਧਰਦਿਆਂ ਹੋਇਆਂ ਅੰਮ੍ਰਿਤ ਵੇਲੇ ਜਾਪ ਕਰਨਾ। ਉਸ 52 ਬਚਨਾਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਵੀ ਸ਼ਸਤਰ ਵਿਦਿਆ ਸਿੱਖਣੀ ਹੈ ਔਰ ਰਾਜਨੀਤੀ ਪੜ੍ਹਨੀ ਹੈ। ਕਿਉਂਕਿ ਸਿੱਖ ਨੂੰ ਰਾਜਨੀਤੀ ਦਾ ਵੀ ਪਤਾ ਹੋਣਾ ਚਾਹੀਦਾ ਹੈ।
ਤੇ ਉਹਦੇ ਵਿੱਚ ਮਹਾਰਾਜ ਨੇ ਇੱਕ ਹੋਰ ਬਚਨ ਕਿਹਾ ਸੀ ਕਿ ਰਹਿਤਵਾਨ ਸਿੱਖਾਂ ਦੀ ਸੰਗਤ ਕਰਨੀ ਹੈ। ਜਿਹੜੇ ਰਹਿਤ ਬਹਿਤ ਵਿੱਚ ਪ੍ਰਪੱਕ ਨੇ ਨਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹਨਾਂ ਸਿੱਖਾਂ ਦੀ ਸੰਗਤ ਕਰਨੀ ਹੈ। ਤੇ ਗੁਰੂ ਘਰ ਦੇ ਵਿਦਵਾਨਾਂ ਦੇ ਕੋਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਵੀ ਗੁਰਬਾਣੀ ਦੇ ਅਰਥ ਪੜ੍ਹਨੇ ਸਿੱਖਣੇ, ਤੇ ਗੁਰਬਾਣੀ ਦੀ ਸੰਥਿਆ ਕਰਨੀ। ਇਸ ਤਰ੍ਹਾਂ ਦੇ ਜਨੀ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 52 ਬਚਨ ਕਹੇ ਨੇ। ਉਹਦੇ 'ਚ ਇੱਕ ਇਹ ਵੀ ਬਚਨ ਆਉਂਦਾ ਕਿ ਸਾਰੇ ਹੀ ਆਪਣੇ ਜਿਹੜੇ ਤੁਹਾਡੇ ਸੰਸਕਾਰ ਨੇ, ਕਰਮ ਧਰਮ ਨੇ, ਸਾਰੇ ਗੁਰੂ ਗ੍ਰੰਥ ਸਾਹਿਬ ਦੀ ਤਿਆਬਿਆ ਵਿੱਚ ਹੋ ਕੇ ਕਰਨੇ ਨੇ। ਉਹ ਮਰਗਤ ਦੀ ਕਿਰਿਆ ਹੋਵੇ, ਉਹ ਆਨੰਦ ਦੀ ਕਿਰਿਆ ਹੋਵੇ, ਕੁਛ ਵੀ ਜਨਮ ਕਿਰਿਆ ਹੋਵੇ, ਮਰਨ ਕਿਰਿਆ ਹੋਵੇ, ਵਿਆਹ ਕਿਰਿਆ ਹੋਵੇ, ਕੁਛ ਵੀ ਹੋਵੇ, ਔਰ ਰਹਿਤ ਅਨੁਸਾਰ ਉਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਕਰਨੇ ਨੇ। ਤੇ ਉਹਨਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਸੇਵਾ ਦਾ ਜ਼ਿਕਰ ਕੀਤਾ ਹੈ, ਕਿਉਂਕਿ ਜਿੰਨਾ ਚਿਰ ਪਤਾ ਨਾ ਹੋਵੇ ਸੇਵਾ ਕਿੱਥੇ ਕਰਨੀ ਆ, ਸੇਵਾ ਕਿਹਦੀ ਕਰਨੀ ਆ, ਤੇ ਉਹਦਾ ਫਲ ਨਹੀਂ ਲੱਗਦਾ। ਕੰਮ ਤੇ ਉਹੀ ਆ, ਜੇ ਤਰੀਕੇ ਨਾਲ ਕੀਤਾ ਜਾਵੇ। ਤੇ ਮਹਾਰਾਜ ਕਹਿੰਦੇ ਸੇਵਾ ਕੌਣ ਕਰ ਸਕਦਾ ਹੈ। ਤੇ ਅਸੀਂ ਜਦੋਂ ਸੁਖਮਨੀ ਸਾਹਿਬ ਦਾ ਜਾਪ ਕਰਦੇ ਹਾਂ, ਉਹਦੇ 'ਚ ਇੱਕ ਬਚਨ ਆਉਂਦਾ ਕਿ ਸੇਵਕ ਕੋ ਸੇਵਾ ਬਣ ਆਵੈ। ਸੇਵਾ ਕੇਵਲ ਸੇਵਕ ਹੀ ਕਰ ਸਕਦਾ ਹੈ। ਜਾਂ ਇਉਂ ਕਹਿ ਲਓ ਵੀ ਗੱਡੀ ਨੂੰ ਕੇਵਲ ਡਰਾਈਵਰ ਹੀ ਚਲਾ ਸਕਦਾ ਹੈ। ਹਸਪਤਾਲ ਨੂੰ ਕੇਵਲ ਡਾਕਟਰ ਹੀ ਚਲਾ ਸਕਦਾ ਹੈ। ਤੇ ਖੇਤੀ ਨੂੰ ਕੇਵਲ ਕਿਸਾਨ ਹੀ ਚਲਾ ਸਕਦਾ ਹੈ। ਤੇ ਮਹਾਰਾਜ ਦੀ ਸੇਵਾ ਕੌਣ ਕਰ ਸਕਦਾ। ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਬਦ ਪਾਈ। ਸੇਵਾ ਕੇਵਲ ਸੇਵਕ ਹੀ ਕਰ ਸਕਦਾ ਹੈ। ਤੇ ਜਿਹੜਾ ਸੇਵਕ ਨਹੀਂਗਾ, ਅਗਰ ਉਹ ਸੇਵਾ ਕਰਦਾ ਹੈ, ਤੇ ਮਹਾਰਾਜ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਕਹਿੰਦੇ ਨੇ ਕਿ ਦੇਖਾ ਦੇਖੀ ਸਭ ਕਰੇ। ਇੱਕ ਨੇ ਲੰਗਰ ਲਾਇਆ, ਦੂਜੇ ਵੀ ਲਾਤਾ। ਇੱਕ ਅੱਡੇ ਤੇ ਲੰਗਰ ਲੱਗਾ, ਦੂਸਰੇ ਪਿੰਡ ਵਾਲਿਆਂ ਵੀ ਲੰਗਰ ਲਾ ਦਿੱਤਾ। ਇਹਨੂੰ ਕਹਿੰਦੇ ਦੇਖਾ ਦੇਖੀ। ਇਸ ਦੀ ਲੋੜ ਨਹੀਂ ਹੈ। ਸੇਵਾ ਦਾ ਪਤਾ ਨਹੀਂ ਕਿਵੇਂ ਕਰਨੀ, ਪਰ ਲੋਕੀ ਵੇਖਾ ਵੇਖੀ ਸੇਵਾ ਕਰਨ ਲੱਗ ਪੈਂਦੇ ਨੇ। ਇੱਕ ਪਿੰਡ ਲੰਗਰ ਲੱਗਾ, ਦੂਜੇ ਪਿੰਡ ਲੰਗਰ ਲੱਗ ਗਿਆ। ਇੱਕ ਨੇ ਨਗਰ ਕੀਰਤਨ ਕੱਢਿਆ ਪਿੰਡ ਵਾਲਿਆਂ ਨੇ, ਅਗਲੇ ਸਾਲ ਦੂਜੇ ਪਿੰਡ ਵਾਲਿਆਂ ਸੋਚਿਆ ਵੀ ਅਸੀਂ ਵੀ ਨਗਰ ਕੀਰਤਨ ਕੱਢੀਏ। ਤੇ ਨਗਰ ਕੀਰਤਨ ਵੀ ਅੱਜ ਸਾਡੇ ਇੱਕ ਕਮਾਈ ਦਾ ਸਾਧਨ ਬਣ ਗਏ ਨੇ। ਪੈਸਾ ਕਮਾਉਣਾ ਤੇ ਨਗਰ ਕੀਰਤਨ ਕੱਢ ਲਓ, 50-60 ਹਜ਼ਾਰ ਇੱਕੇ ਦਿਨ ਹੀ ਹੋ ਜਾਂਦਾ। ਇਹਨੂੰ ਕਹਿੰਦੇ ਨੇ ਦੇਖਾ ਦੇਖੀ ਸਭ ਕਰੇ। ਤੇ ਧਰਮ ਕੋਈ ਦੇਖਾ ਦੇਖੀ ਨਹੀਂ ਹੈ ਭਾਈ। ਕਰਮ ਧਰਮ ਕੋਈ ਦੇਖਾ ਦੇਖੀ ਨਹੀਂ ਕਰਨੇ ਚਾਹੀਦੇ। ਕਰਮ ਧਰਮ ਕੋਈ ਮਰਜ਼ਾਦਾ ਅਨੁਸਾਰ ਹੀ ਕਰਨੇ ਚਾਹੀਦੇ ਨੇ। ਜਿੱਦਾਂ ਨਹੀਂ ਉਹ ਪ੍ਰਭਾਤੇ ਕਰੇ ਇਸ਼ਨਾਨ, ਸੁਧ ਮਨ ਗੁਰ ਪੂਜਾ। ਜਦੋਂ ਅਸੀਂ ਸਵੇਰੇ ਦਰਬਾਰ ਸਾਹਿਬ ਹੁਕਮਨਾਮਾ ਆਉਂਦਾ ਤੇ ਉਹ ਤੋਂ ਪਹਿਲਾਂ ਭੱਟਾਂ ਦੇ ਸਵਈਏ ਪੜ੍ਹੇ ਜਾਂਦੇ ਨੇ। ਤੇ ਉਹਨਾਂ ਸਵਈਆਂ ਵਿੱਚ ਬਚਨ ਆਉਂਦਾ ਕਿ ਪ੍ਰਭਾਤੇ ਕਰੇ ਇਸ਼ਨਾਨ, ਸੁਧ ਮਨ ਗੁਰ ਪੂਜਾ, ਬਿਦ ਸਹਿਤ ਕਰਨ। ਜਦੋਂ ਗੁਰੂ ਦੀ ਪੂਜਾ ਕਰਨੀ ਆ, ਗੁਰੂ ਦੀ ਸੇਵਾ ਕਰਨੀ ਆ, ਤਾਂ ਕੋਈ ਤਰੀਕਾ ਹੋਣਾ ਚਾਹੀਦਾ ਵਾ। ਗੁਰ ਪੂਜਾ, ਗੁਰੂ ਦੀ ਪੂਜਾ, ਗੁਰੂ ਦੀ ਸੇਵਾ ਕਿਸ ਤਰ੍ਹਾਂ ਕਰਨੀ ਆ। ਗੁਰ ਪੂਜਾ ਬਿਦ ਸਹਿਤ ਕਰਨ। ਕੋਈ ਜੁਗਤੀ ਦੇ ਨਾਲ ਪੂਜਾ ਕਰਨੀ, ਜੁਗਤੀ ਦੇ ਨਾਲ ਸੇਵਾ ਕਰਨੀ ਚਾਹੀਦੀ ਹੈ, ਭੱਟ ਜੀ ਕਹਿੰਦੇ ਨੇ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਦੇਖਾ ਦੇਖੀ ਸਭ ਕਰੇ।
ਇੱਕ ਨੂੰ ਵੇਖ ਕੇ ਦੂਜੇ ਨੇ ਸੇਵਾ ਸ਼ੁਰੂ ਕਰ ਦਿੱਤੀ ਵੀ ਉਹ ਸੇਵਾ ਕਰਨ ਦਿਆ। ਉਹ ਜਿੱਦਾਂ ਇੱਕ ਉਹ ਗੁਰਦੁਆਰਾ ਸੀ ਤੇ ਉੱਥੇ ਬੀਬੀਆਂ ਮਾਈਆਂ ਬਜ਼ੁਰਗ ਮਾਈਆਂ ਸਵੇਰੇ 5-4 ਜਾਣੀਆਂ ਮੱਥਾ ਟੇਕਣ ਆਉਂਦੀਆਂ ਸੀ ਤੇ ਗੁਰਦੁਆਰੇ ਦੇ ਬਾਹਰ ਇੱਕ ਥੜਾ ਬਣਾਇਆ ਸੀ ਵੀ ਜਦੋਂ ਨਗਰ ਕੀਰਤਨ ਆਵੇ ਤੇ ਪਾਲਕੀ ਸਾਹਿਬ ਥੜੇ ਤੇ ਰੱਖੀ ਜਾਵੇ। ਉਹ ਇੱਕ ਬੀਬੀ ਨੇ ਪਹਿਲੋਂ ਆਉਣਾ ਸਵੇਰੇ ਤੇ ਉਹਨੇ 2 ਬਾਲਟੀਆਂ ਥੜੇ ਤੇ ਰੋੜ ਦੇਣੀਆਂ ਪਾਣੀ ਦੀਆਂ। ਜਦੋਂ ਦੂਜੀ ਬੀਬੀ ਨੇ ਆਉਣਾ ਮੁੜ ਕੇ ਕੋਈ 10-15 ਮਿੰਟਾਂ ਬਾਅਦ ਉਹਨੇ ਵੀ 2 ਬਾਲਟੀਆਂ ਪਾਣੀ ਦੀਆਂ ਰੋੜ ਦੇਣੀਆਂ ਥੜੇ ਦੇ ਉੱਤੇ। ਚੌਥੀ ਨੇ ਆਉਣਾ ਉਹਨੇ ਵੀ ਪਾਣੀ ਰੋੜ ਦੇਣਾ। ਤੇ ਉਹ ਮਿਸਤਰੀ ਚੰਗੇ ਕਿਸੇ ਕਾਰੀਗਰ ਨੇ ਬਣਾਇਆ, ਵਿੱਚੋਂ ਨੀਵਾਂ ਸੀ ਉਹ ਲੱਕ ਦਿਓ। ਉਹ ਜਿੰਨਾ ਚਿਰ ਥੜਾ ਢੱਠਾ ਨਹੀਂ ਬੈਠਾ ਨਹੀਂ ਉਹਨਾਂ ਚਿਰ ਬੀਬੀਆਂ ਉੱਤੇ ਪਾਣੀ ਰੋੜ ਨੂੰ ਨਹੀਂ ਹਟੀਆਂ। ਇਹਨੂੰ ਕਹਿੰਦੇ ਨੇ ਦੇਖਾ ਦੇਖੀ ਸਭ ਕਰੇ, ਮਨ ਮੁਖ ਬੂਝ ਨਾ ਪਾਏ। ਪਰ ਜਿਨ ਗੁਰਮੁਖ ਹਿਰਦਾ ਸੁਧ ਹੈ, ਸੇਵ ਪਈ ਤਿਨ ਥਾਏ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਅਖੀਰ ਸਮੇਂ ਜਿਹੜਾ 52 ਬਚਨ ਕਹੇ ਨੇ, ਉਹਨਾਂ ਦੇ ਵਿੱਚ ਇਹ ਵੀ ਇੱਕ ਬਚਨ ਕਿਹਾ ਸੀ ਕਿ ਸਿੱਖ ਨੇ ਸਿੱਖ ਦੀ ਸੇਵਾ ਕਰਨੀ ਹੈ ਰੁਚ ਦੇ ਨਾਲ। 2 ਗੱਲਾਂ ਚੋਂ ਮਿਲਦੀਆਂ ਵੀ ਸਿੱਖ ਨੇ ਸੇਵਾ ਕਰਨੀ, ਕਿਸ ਦੀ ਕਰਨੀ? ਸਿੱਖ ਦੀ ਕਰਨੀ। ਸਿੱਖ ਨੇ ਸਿੱਖ ਦੀ ਸੇਵਾ ਕਰਨੀ ਤੇ ਕਿਸ ਤਰ੍ਹਾਂ ਕਰਨੀ? ਰੁਚ ਦੇ ਨਾਲ। ਰੁਚ ਕਹਿੰਦੇ ਨੇ ਪਿਆਰ। ਪਿਆਰ ਦੇ ਨਾਲ ਸਿੱਖ ਨੇ ਸਿੱਖ ਦੀ ਸੇਵਾ ਕਰਨੀ ਆ। ਇੱਧਰ ਉੱਧਰ ਕੋਈ ਸੇਵਾ ਦੀ ਲੋੜ ਨਹੀਂ ਹੈ ਸਾਨੂੰ। ਅਸੀਂ ਗੁਰਦੁਆਰਿਆਂ ਅੰਦਰ ਬੈਠ ਕੇ ਸੇਵਾ ਕਰੀਏ, ਅਸੀਂ ਗ੍ਰੰਥੀਆਂ ਦੀ ਸੇਵਾ ਕਰੀਏ, ਇਹ ਤਾਂ ਕੋਈ ਕਰਦਾ ਨਹੀਂ। ਗੁਰਦੁਆਰਿਆਂ 'ਚ ਜਾਲਾ ਲੱਗਾ ਹੁੰਦਾ, ਗੁਰਦੁਆਰਿਆਂ 'ਚ ਘੱਟਾ ਲੱਗਾ ਹੁੰਦਾ, ਤੇ ਸੜਕਾਂ 'ਤੇ ਬੜੀ ਸੇਵਾ ਸਾਡੀ ਅੱਜ ਕੱਲ੍ਹ ਹੋ ਰਹੀ ਹੈ। ਤੇ ਸੜਕਾਂ ਵਾਲੀ ਸੇਵਾ ਗੁਰੂ ਨੂੰ ਪ੍ਰਵਾਨ ਨਹੀਂ। ਗੁਰੂ ਨੇ ਹਦਾਇਤ ਕੀਤੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਕਿ ਸਿੱਖ ਨੇ ਸਿੱਖ ਦੀ ਸੇਵਾ ਕਰਨੀ ਰੁਚ ਦੇ ਨਾਲ। ਤੇ ਗੁਰੂ ਗੋਬਿੰਦ ਸਿੰਘ ਨੇ ਵੀ ਬਚਨ ਕੀਤਾ ਆਪਣੀ ਬਾਣੀ ਅੰਦਰ ਕਿ ਸੇਵ ਕਰੀ ਇਨਹੀ ਕੀ ਭਾਵਤ। ਦੁਨੀਆ ਤੇ ਬੜੇ ਬੜੇ ਸੇਵਾਦਾਰ ਨੇ ਤੇ ਬੜੀ ਬੜੀ ਸੇਵਾ ਕਰਦੇ ਨੇ, ਪਰ ਮਹਾਰਾਜ ਕਹਿੰਦੇ ਮੈਨੂੰ ਕਿਹੜੀ ਸੇਵਾ ਪ੍ਰਵਾਨ ਹੁੰਦੀ ਆ? ਜਿੱਦਾਂ ਨਹੀਂ ਬਚਨ ਆਉਂਦਾ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਸੇਵਾ ਹੁੰਦੀ ਆ ਗੁਰੂ ਨੂੰ ਪ੍ਰਸੰਨ ਕਰਨ ਵਾਸਤੇ, ਤੇ ਮੇਰੀ ਸੇਵਾ ਦੇ ਨਾਲ ਗੁਰੂ ਪ੍ਰਸੰਨ ਨਹੀਂ ਹੋਇਆ ਤੇ ਮੇਰੀ ਸੇਵਾ ਕੀਤੀ ਦਾ ਫਿਰ ਕੀ ਫਾਇਦਾ ਹੋਇਆ? ਮਰ ਕਹਿੰਦੇ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਸੇਵਾ ਤੇ ਉਹ ਵਾ ਜਿਹੜੀ ਗੁਰੂ ਆਖੇ ਵੀ ਸ਼ਾਬਾਸ਼ ਦੇਵੇ ਸੇਵਾ ਦੇ ਵਜੋਂ। ਜਿਤ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ। ਮਰ ਕਹਿੰਦੇ ਜਿਹੜੀ ਸੇਵਾ ਤੂੰ ਗੁਰੂ ਦੀ ਰਹਿਤ ਬਹਿਤ ਵਿੱਚ ਰਹਿ ਕੇ ਕਰੇਗਾ, ਗੁਰੂ ਦੇ ਅਨੁਸਾਰ ਹੋ ਕੇ ਸੇਵਾ ਕਰੇਗਾ, ਤੇ ਉਹ ਸੇਵਾ ਦੇ ਇਵਜ ਵਜੋਂ ਮਹਾਰਾਜ ਕਹਿੰਦੇ ਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ। ਤੇਰੇ ਪਾਪ ਗੁਨਾਹ ਸਾਰੇ ਝੜ ਜਾਣਗੇ ਜਿੱਦਣ ਤੂੰ ਸੇਵਾ ਕੀਤੀ ਗੁਰੂ ਕੀ। ਮੈਂ ਉਦਣ ਵੀ ਕਿਹਾ ਸੀ ਕਿ ਬਾਰ-ਬਾਰ ਗੁਰੂ ਕੀ ਸੇਵਾ ਦਾ ਜ਼ਿਕਰ ਆਉਂਦਾ ਹੈ, ਬਾਰ-ਬਾਰ ਸੰਗਤ ਦੀ ਸੇਵਾ ਦਾ ਜ਼ਿਕਰ ਆਉਂਦਾ ਹੈ, ਬਾਰ-ਬਾਰ ਗੁਰਸਿੱਖਾਂ ਦੀ ਸੇਵਾ ਦਾ ਜ਼ਿਕਰ ਆਉਂਦਾ ਹੈ। ਹੋਰ ਕਿਸੇ ਦੀ ਸੇਵਾ ਦਾ ਜ਼ਿਕਰ ਨਹੀਂ ਹੈ ਕਿਤੇ ਵੀ ਧਰਮ ਗ੍ਰੰਥਾਂ ਦੇ ਅੰਦਰ। ਮੁਸਲਮਾਨ ਆਪਣਾ ਦਾਨ ਮਸੀਤ ਵਿੱਚ ਦਿੰਦਾ ਹੈ, ਈਸਾਈ ਆਪਣਾ ਦਾਨ ਜਿਹੜਾ ਗਿਰਜੇ ਦਿੰਦਾ ਹੈ ਦਸਵੰਧ, ਤੇ ਸਿੱਖ ਆਪਣਾ ਦਾਨ ਗੁਰਦੁਆਰੇ ਕਿਉਂ ਨਹੀਂ ਦਿੰਦਾ? ਜੇ ਮੁਸਲਮਾਨ ਮਸੀਤ ਵਿੱਚ ਆਪਣਾ ਦਾਨ ਦਿੰਦਾ ਹੈ, ਦਾਨ ਦੇ ਨਾਲ ਧਰਮ ਨੂੰ ਵਧਾਉਣਾ ਹੁੰਦਾ ਹੈ, ਦਾਨ ਦੇ ਨਾਲ ਧਰਮ ਦੀ ਰੱਖਿਆ ਕੀਤੀ ਜਾਂਦੀ ਹੈ,
ਧਰਮ ਨੂੰ ਬਚਾਇਆ ਜਾਂਦਾ ਹੈ, ਧਰਮ ਨੂੰ ਵਧਾਇਆ ਜਾਂਦਾ ਹੈ ਦਾਨ ਦੇ ਨਾਲ। ਤੇ ਜਿਸ ਦਾਨ ਦੇ ਨਾਲ ਧਰਮ ਨਹੀਂ ਵੱਧਦਾ ਉਹ ਦਾਨ ਵੀ ਨਹੀਂ ਲੱਗਦਾ। ਤੇ ਮਹਾਰਾਜ ਕਹਿੰਦੇ ਆ ਵੀ ਸੇਵ ਕਰੀ ਇਨਹੀ ਕੀ ਭਾਵਤ। ਸੇਵਾਦਾਰ ਬੜੇ ਨੇ, ਬੜੀਆਂ ਬੜੀਆਂ ਸੇਵਾ ਕਰਦੇ ਨੇ, ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਨੂੰ ਸੇਵਾ ਕਿਹੜੀ ਚੰਗੀ ਲੱਗਦੀ ਆ। ਇਨਹੀ ਕੀ ਭਾਵਤ, ਆ ਜਿਹੜਾ ਮੈਂ ਪੰਥ ਸਾਜਿਆ, ਜਿਹੜੇ ਮੇਰੇ ਸਿੱਖ ਨੇ, ਜਿਹੜੀ ਇਹਦੇ ਪੰਥ ਦੀ ਸੇਵਾ ਕਰੂਗਾ, ਜਿਹੜੀ ਸਿੱਖਾਂ ਦੀ ਸੇਵਾ ਕਰੂਗਾ, ਉਹ ਸਿੱਖ ਮੈਨੂੰ ਬੜਾ ਹੀ ਚੰਗਾ ਲੱਗਦਾ। ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ, ਜਿਹੜੇ ਅੱਜ ਅਸੀਂ ਕਰ ਰਹੇ ਹਾਂ, ਹੋਰਾਂ ਦੀ ਸੇਵਾ ਕਰ ਰਹੇ ਹਾਂ। ਗੁਰਦੁਆਰੇ ਵੀ ਛੱਡ ਦਿੱਤੇ ਨੇ, ਪੰਥ ਨੂੰ ਵੀ ਛੱਡ ਦਿੱਤਾ ਹੈ, ਗ੍ਰੰਥੀ ਵੀ ਛੱਡ ਦਿੱਤੇ ਨੇ, ਗੁਰੂ ਵੀ ਛੱਡਿਆ ਹੈ, ਪਰਮਾਤਮਾ ਵੀ ਛੱਡਿਆ ਹੈ, ਹੋਰ ਹੀ ਹੋਰ ਸੇਵਾ ਕਰਨ ਲੱਗ ਪਏ ਅਸੀਂ ਅੱਜ। ਮਾਰ ਕਹਿੰਦੇ ਨਾ, ਔਰ ਕੀ ਸੇਵਾ ਸਹਾਤ ਨਾ ਜੀ ਕੋ, ਮੇਰੀ ਜਿੰਦ ਨੂੰ ਹੋਰ ਕੋਈ ਸੇਵਾ ਚੰਗੀ ਨਹੀਂ ਲੱਗਦੀ, ਮੈਨੂੰ ਤੇ ਗੁਰਸਿੱਖਾਂ ਦੀ ਜਿਹੜਾ ਸੇਵਾ ਕਰੂਗਾ ਉਹੀ ਚੰਗਾ ਲੱਗਦਾ ਹੈ। ਇੱਕ ਭਾਈ ਗੁਰਦਾਸ ਜੀ ਨੇ ਇੱਕ ਕਵਿਤ ਲਿਖਿਆ, ਉਹਦੇ ਵਿੱਚ ਉਹਨਾਂ ਨੇ ਸੇਵਾ ਦਾ ਜ਼ਿਕਰ ਕੀਤਾ ਵੀ ਸੇਵਾ ਦਾ ਫਲ ਕੀ ਹੁੰਦਾ ਹੈ ਤੇ ਸੇਵਾ ਕਰਨੀ ਕਿੱਥੇ ਆ। ਅੱਜ ਅਸੀਂ ਅਵਾਰਾ ਹੋ ਕੇ ਸੇਵਾ ਕਰਨ ਦੇ, ਗੁਰੂ ਦੀ ਰਹਿਤ ਬਹਿਤ ਤੋਂ ਬਾਹਰ ਜਾ ਕੇ ਸੇਵਾ ਕਰਨ ਦੇ ਆ। ਭਾਈ ਗੁਰਦਾਸ ਨੇ ਲਿਖਿਆ, ਅਗਰ ਕੋਈ ਗੁਰੂ ਦੀ ਸੇਵਾ ਕਰਦਾ ਤੇ ਬਹੁਤ ਵੱਡੀ ਸੇਵਾ ਵਾ। ਕੋਈ ਪ੍ਰਮਾਤਮਾ ਦੀ ਸੇਵਾ ਕਰਦਾ ਹੈ ਤੇ ਇਹ ਬਹੁਤ ਵੱਡੀ ਸੇਵਾ ਵਾ, ਜਿਹੜੀ ਪ੍ਰਮਾਤਮਾ ਦੀ ਸੇਵਾ। ਤੇ ਪ੍ਰਮਾਤਮਾ ਦੀ ਸੇਵਾ ਚੋਂ ਕੀ ਮਿਲਣਾ ਹੈ? ਮੈਂ ਉਦੋਂ ਨੇ ਕਿਹਾ ਸੀ, ਸਭ ਤੋਂ ਟੌਪ ਦੀ ਸੇਵਾ ਹੈ ਪ੍ਰਮਾਤਮਾ ਦੀ, ਉਹਦੇ ਨਾਲ ਜੁੜੇ ਹੋਏ ਗੁਰੂ ਦੀ ਸੇਵਾ, ਤੇ ਤੀਸਰੇ ਥਾਂ ਤੇ ਉਹਦੀ ਸੰਗਤ ਦੀ ਸੇਵਾ, ਤੇ ਚੌਥੇ ਥਾਂ ਤੇ ਗੁਰਸਿੱਖਾਂ ਦੀ ਸੇਵਾ। ਤੇ ਰੱਬ ਦੀ ਸੇਵਾ ਕੋਈ ਕਰੇ ਤੇ ਰੱਬ ਦੀ ਸੇਵਾ ਤੇ ਨਾਮ ਜਪਣਾ ਹੀ ਹੈ ਨਾ, ਹੋਰ ਤਾਂ ਕੋਈ ਰੱਬ ਦੀ ਸੇਵਾ ਨਹੀਂ ਹੈ। ਤੇ ਰੱਬ ਦੀ ਸੇਵਾ ਚੋਂ ਗੁਰੂ ਅਰਜਨ ਦੇਵ ਜੀ ਕਹਿੰਦੇ ਜੇ ਕੋਈ ਕਰੂਗਾ ਤੇ ਪਤਾ ਕੀ ਮਿਲਦਾ, ਤਿੰਨ ਚੀਜ਼ਾਂ ਮਿਲਦੀਆਂ ਸੇਵਾ ਵਿੱਚੋਂ, ਉਹ ਰੱਬ ਦੀ ਸੇਵਾ ਚੋਂ, ਲੋਕ ਸੇਵਾ ਵਿੱਚੋਂ ਨਹੀਂ ਹੈ। ਜਿਸ ਤਰ੍ਹਾਂ ਇੱਕ ਤੇ ਬਚਨ ਹੁੰਦਾ ਮਹਾਰਾਜ ਦਾ, ਨਾਨਕ ਗੁਰ ਸੇਵਾ ਕੇ ਨਾ ਲੱਭਿਆ। ਤੇ ਇਹ ਸਾਨੂੰ ਸਵਾਲ ਕੀਤਾ ਹੈ ਗੁਰੂ ਅਰਜਨ ਦੇਵ ਜੀ ਨੇ ਵੀ ਐ ਸਿੱਖਾਂ, ਜੇ ਤੂੰ ਗੁਰੂ ਦੀ ਸੇਵਾ ਕਰੇਗਾ, ਨਾਨਕ ਗੁਰ ਸੇਵਾ ਕੇ ਨਾ ਲੱਭਿਆ, ਤੇ ਕੀ ਨਹੀਂ ਲੱਭਦਾ ਗੁਰੂ ਦੀ ਸੇਵਾ ਚ, ਅਥਵਾ ਗੁਰੂ ਦੀ ਸੇਵਾ ਵਿੱਚੋਂ ਸਭ ਕੁਝ ਹੀ ਲੱਭ ਜਾਂਦਾ ਹੈ। ਇਹ ਨਿਰੀ ਕਥਾ ਸੁਣਨ ਦੇ ਨਾਲ ਨਹੀਂ ਗੱਲ ਬਣਨੀ, ਜਾਂ ਨਿਰੀ ਕਥਾ ਕਹਿਣ ਦੇ ਨਾਲ ਗੱਲ ਨਹੀਂ ਬਣਨੀ। ਇਹ ਕਰਮ ਕਰਨਾ ਪੈਣਾ, ਸੇਵਾ ਕਰਨੀ ਪੈਣੀ ਹੈ। ਨਾਨਕ ਗੁਰ ਸੇਵਾ ਕੇ ਨਾ ਲੱਭਿਆ, ਤੇ ਕੀ ਨਹੀਂ ਲੱਭਦਾ। ਤੇ ਮਹਾਰਾਜ ਤਿੰਨ ਚੀਜ਼ਾਂ ਤੈਨੂੰ ਜ਼ਿੰਦਗੀ ਦੀਆਂ ਵਿੱਚ ਚਾਹੀਦੀਆਂ, ਤੇ ਤਿੰਨੇ ਚੀਜ਼ਾਂ ਤੈਨੂੰ ਗੁਰੂ ਦੀ ਸੇਵਾ ਚੋਂ ਮਿਲ ਜਾਣੀਆਂ, ਰੱਬ ਦੀ ਸੇਵਾ ਵਿੱਚੋਂ। ਉਹ ਕਿਹੜੀਆਂ? ਮੁਕਤ ਭੁਗਤ ਜੁਗਤ ਤੇਰੀ ਸੇਵਾ। ਇੱਕ ਤੇ ਰੱਬ ਦਾ ਨਾਮ ਜਪਿਆ, ਰੱਬ ਦੀ ਸੇਵਾ ਕੀਤਿਆਂ ਬੰਦਾ ਜੀਵਨ ਮੁਕਤ ਹੋ ਜਾਂਦਾ ਹੈ। ਮੁਕਤੀ ਹੋ ਜਾਂਦੀ ਸੇਵਾ ਕੀਤਿਆਂ। ਤੇ ਜੇ ਅਸੀਂ ਲੋਕਾਂ ਨਾਲ ਜੁੜੇ ਰਹੇ, ਲੋਕਾਂ ਦੀ ਸੇਵਾ ਕਰਦੇ ਰਹੇ, ਤੇ ਫਿਰ ਮੁਕਤ ਕਿਵੇਂ ਹੋਵਾਂਗੇ? ਮੁਕਤ ਤੇ ਤਾਂ ਹੀ ਹੋਵਾਂਗੇ ਨਾ ਜੇ ਅਸੀਂ ਰੱਬ ਨਾਲ ਜੁੜਾਂਗੇ। ਮੁਕਤ ਤਾਂ ਅਸੀਂ ਤਾਂ ਹੀ ਹੋਵਾਂਗੇ ਨੇ ਭਾਈ ਜੇ ਅਸੀਂ ਪ੍ਰਮਾਤਮਾ ਨਾਲ ਜੁੜਾਂਗੇ। ਤੇ ਪ੍ਰਮਾਤਮਾ ਨਾਲ ਤਾਂ ਹੀ ਜੁੜਾਂਗੇ ਜੇ ਪ੍ਰਮਾਤਮਾ ਦੀ ਸੇਵਾ ਕਰਾਂਗੇ। ਤੇ ਜੇ ਅਸੀਂ ਕਰਦੇ ਰਹੇ ਲੋਕਾਂ ਦੀ ਸੇਵਾ, ਤੇ ਫਿਰ ਤੇ ਪ੍ਰਮਾਤਮਾ ਨਾਲ ਜੁੜਿਆ ਨਹੀਂ ਜਾਣਾ। ਤੇ ਮਹਾਰਾਜ ਕਹਿੰਦੇ ਨੇ ਮੁਕਤ, ਅਗਰ ਕੋਈ ਰੱਬ ਦਾ ਨਾਮ ਜਪਦਾ ਹੈ, ਰੱਬ ਦੀ ਸੇਵਾ ਵਾ, ਕੋਈ ਮਾਲਾ ਫੇਰਦਾ, ਕੋਈ ਬਾਣੀ ਪੜ੍ਹਦਾ, ਕੋਈ ਕੀਰਤਨ ਸੁਣਦਾ, ਕੋਈ ਕੀਰਤਨ ਕਰਦਾ, ਇਹ ਰੱਬ ਦੀ ਸੇਵਾ ਵਾ। ਇਹ ਕਬੀਰ ਨੇ ਕੀਤੀ,
ਇਹ ਭਗਤ ਰਵਿਦਾਸ ਜੀ ਉਹਨਾਂ ਨੇ ਕੀਤੀ, ਸਾਰਿਆਂ ਕੀਤੀ ਹੈ। ਤੇ ਮਹਾਰਾਜ ਕਹਿੰਦੇ ਜਿਹੜੀ ਇਹ ਸੇਵਾ ਰੱਬ ਦੀ ਕੋਈ ਕਰੂਗਾ ਤੇ ਪਹਿਲੀ ਚੀਜ਼ ਕਿਹੜੀ ਮਿਲਣੀ? ਮੁਕਤ। ਆ ਜਿਹੜੇ ਸਿਆਪੇ ਤੇਰੇ ਗਲ ਪਏ ਆ ਨਾ ਦੁਨੀਆਦਾਰ ਦੇ, ਸਿਆਪੇ ਮੁੱਕ ਜਾਣਗੇ, ਤੂੰ ਮੁਕਤ ਹੋ ਜਾਏਗਾ। ਇਹ ਜਿਹੜੇ ਚੱਕਰਾਂ 'ਚ ਤੂੰ ਘੁੰਮੀ ਜਾਂਦਾ ਨਾ, ਇਹ ਚੱਕਰ ਮੁੱਕ ਜਾਣਗੇ। ਮਹਾਰਾਜ ਕਹਿੰਦੇ ਅਗਰ ਕੋਈ ਰੱਬ ਦੀ ਸੇਵਾ ਕਰਦਾ ਤੇ ਉਹ ਸੇਵਾ ਦਾ ਪਹਿਲਾ ਫਲ ਉਹਨੂੰ ਮਿਲਦਾ ਹੈ ਮੁਕਤ। ਦੂਸਰਾ ਭੁਗਤ। ਭੁਗਤ ਕਹਿੰਦੇ ਨੇ ਪਦਾਰਥਾਂ ਨੂੰ। ਕਹਿੰਦੇ ਬੰਦਿਆ ਤੂੰ ਰੱਬ ਦਾ ਨਾਮ ਜਪੇ, ਰੱਬ ਦੀ ਸੇਵਾ, ਤੇ ਵੇਖ ਤੇਰੇ ਘਰ ਵਿੱਚ ਕਿਸ ਤਰ੍ਹਾਂ ਬਰਕਤਾਂ ਆਉਂਦੀਆਂ ਨੇ। ਤੇਰੇ ਘਰ ਵਿੱਚ ਪਦਾਰਥਾਂ ਦੀ ਕੋਈ ਥੁੜ ਨਹੀਂ ਰਹੂਗੀ। ਤੂੰ ਰੱਬ ਦੀ ਸੇਵਾ ਕਰ ਤੇ ਰੱਬ ਦੀ ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਰੱਬ ਦਾ ਨਾਮ ਜਪਣਾ ਹੀ ਰੱਬ ਦੀ ਸੇਵਾ ਹੈ। ਤੇ ਮਹਾਰਾਜ ਕਹਿੰਦੇ ਜਿਹੜਾ ਜਪਦਾ ਹੈ, ਰੱਬ ਦੀ ਸੇਵਾ ਕਰਦਾ ਹੈ, ਕੀ ਹੁੰਦਾ ਹੈ? ਮੁਕਤਾ ਭੁਗਤਾ। ਭੁਗਤ ਮੈਨੇ ਪਦਾਰਥ, ਪਦਾਰਥ ਵੀ ਮਿਲ ਜਾਂਦੇ ਨੇ। ਕਿੰਨੀਆਂ ਬਰਕਤਾਂ ਨੇ ਸੇਵਾ ਵਿੱਚ, ਰੱਬ ਦੀ ਸੇਵਾ ਵਿੱਚੋਂ, ਲੋਕ ਸੇਵਾ ਵਿੱਚੋਂ ਨਹੀਂ। ਮੈਂ ਲੋਕ ਸੇਵਾ ਦਾ ਹਾਮੀ ਨਹੀਂ ਹੈ, ਕਰਨੀ ਚਾਹੀਦੀ, ਪਰ ਇੰਨੀ ਵੀ ਨਹੀਂ ਕਿ ਰੱਬ ਨੂੰ ਛੱਡ ਦਿਓ, ਗੁਰੂ ਨੂੰ ਛੱਡ ਦਿਓ, ਗੁਰਦੁਆਰਾ ਛੱਡ ਦਿਓ, ਗ੍ਰੰਥੀ ਛੱਡ ਦਿਓ, ਸਿੱਖ ਛੱਡ ਦਿਓ, ਸੰਗਤ ਛੱਡ ਕੇ ਤੇ ਤੁਸੀਂ ਸੜਕਾਂ 'ਤੇ ਸੇਵਾ ਕਰੋ। ਇਹ ਗੁਰੂ ਨੂੰ ਪ੍ਰਵਾਨ ਨਹੀਂ ਹੈ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮਾਨੇ। ਤੇ ਸਤਿਗੁਰੂ ਇਹਨਾਂ ਸੇਵਾ ਦੇ ਨਾਲ ਮੰਨਦਾ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ। ਤੂੰ ਗੁਰਸਿੱਖਾਂ ਨੂੰ ਛੱਡ ਕੇ, ਤੂੰ ਪੰਥ ਨੂੰ ਛੱਡ ਕੇ, ਤੂੰ ਗੁਰਦੁਆਰਾ ਛੱਡ ਕੇ ਕਿਤੇ ਹੋਰ ਜਾ ਕੇ ਸੇਵਾ ਕਰੇਗਾ, ਇਹ ਸੇਵਾ ਗੁਰੂ ਗੋਬਿੰਦ ਸਿੰਘ ਨੂੰ ਪ੍ਰਵਾਨ ਨਹੀਂ ਹੈ। ਤੇ ਮੈਂ ਕਹਿ ਰਿਹਾ ਸੀ ਵੀ ਮੁਕਤ ਭੁਗਤ, ਇੱਕ ਤੇ ਮੁਕਤੀ ਮਿਲਦੀ ਰੱਬ ਦੀ ਸੇਵਾ ਕੀਤਿਆਂ, ਦੂਸਰਾ ਪਦਾਰਥ ਮਿਲਦੇ ਨੇ, ਪਦਾਰਥਾਂ ਦੀ ਵੀ ਲੋੜ ਵਾ। ਪਦਾਰਥ ਤਾਂ ਵਰਤਣ ਵਾਸਤੇ ਚਾਹੀਦੇ ਹੀ ਨੇ ਤੇ ਮੁਕਤੀ ਵੀ ਚਾਹੀਦੀ ਆ। ਤੇ ਅਗਲੀ ਗੱਲ ਗੁਰੂ ਅਰਜਨ ਦੇਵ ਜੀ ਨੇ ਲਿਖੀ ਹੈ ਕਿ ਮੁਕਤ ਭੁਗਤ ਜੁਗਤ ਤੇਰੀ ਸੇਵਾ। ਜੁਗਤ ਮੈਨੇ ਰੱਬ ਨੂੰ ਜੁੜਨ ਦਾ ਤਰੀਕਾ। ਕੋਈ ਰੱਬ ਦਾ ਨਾਮ ਜਪੀ ਜਾਵੇ ਤੇ ਆਪੇ ਤਰੀਕਾ ਲੱਭ ਜਾਣਾ ਰੱਬ ਨੂੰ ਜੁੜਨ ਦਾ। ਹੋਰ ਕਿਸੇ ਬੰਦੇ ਨੇ ਤਰੀਕਾ ਨਹੀਂ ਦੱਸਣਾ। ਇਹ ਬਸ ਰੱਬ ਦਾ ਨਾਮ ਜਪੀ ਜਾਓ, ਆਪੇ ਸਹਿਜੇ ਚਿੱਤ ਜੁੜਦਾ ਰੰਗ ਲਾਗਤ ਹੈ, ਪਰਮ ਭਾਗਤ ਹੈ। ਤੇ ਤੁਸੀਂ ਜੁਗਤੀਆਂ ਪੁੱਛਦੇ ਹੋ ਬੰਦਿਆਂ ਦੇ ਕੋਲੋਂ। ਨਾ ਜੋਗ ਜੁਗਤ ਸੁਣ ਆਇਓ, ਗੁਰ ਤੇ ਮੋਕੋ ਸਤਿਗੁਰ ਮੰਤਰ ਦ੍ਰਿੜਾਇਓ। ਕਹਿੰਦੇ ਤੂੰ ਗੁਰਦੁਆਰੇ ਨਾ ਜੁੜ ਜਾ, ਗੁਰਦੁਆਰੇ ਲਾਏ ਭਾਵਣੀ। ਅੱਜ ਸਿੱਖ ਗੁਰਦੁਆਰੇ ਨਾਲ ਨਹੀਂ ਜੁੜਦਾ। ਅੱਜ ਦਾ ਸਿੱਖ ਗੁਰਦੁਆਰੇ ਨਹੀਂ ਬਹਿੰਦਾ, ਸੜਕਾਂ ਤੇ ਸੇਵਾ ਕਰਦਾ ਫਿਰਦਾ ਹੈ। ਆਹ ਕਰੋਨਾ ਹੋ ਗਿਆ, ਉਹ ਦਿੱਲੀ ਵਿੱਚ ਕੋਈ ਸਿੱਖ ਨੇ ਜਿਹੜੇ ਉਹ ਮੁਰਦਿਆਂ ਨੂੰ ਚੁੱਕਦੇ ਫਿਰਦੇ ਨੇ। ਅਸੀਂ ਕਿਉਂ ਚੁੱਕੀਏ ਮੁਰਦਿਆਂ ਨੂੰ? ਇਹ ਜ਼ਿੰਮੇਵਾਰੀ ਮੁਰਦਿਆਂ ਨੂੰ ਚੁੱਕਣ ਦੀ ਸਰਕਾਰਾਂ ਦੀ ਆ ਕਿ ਸਾਡੀ ਜ਼ਿੰਮੇਵਾਰੀ ਮੁਰਦਿਆਂ ਨੂੰ ਚੁੱਕਣ ਦੀ ਆ? ਅਸੀਂ ਗੁਰਦੁਆਰੇ ਬੈਠ ਕੇ ਗੁਰੂ ਜਪਣਾ ਕਿ ਅਸੀਂ ਮੁਰਦੇ ਚੁੱਕਦੇ ਫਿਰਨਾ ਸੜਕਾਂ ਤੇ ਜਾ ਕੇ? ਇਹ ਪਤਾ ਨਹੀਂ ਸਾਡੀ ਕੌਮ ਕਿਹੜੇ ਰਾਹ ਪੈ ਗਈ। ਉਹ ਦਰਿਆ ਦੇ ਬੰਨ੍ਹ ਟੁੱਟ ਗਿਆ, ਬਿਆਸ ਦਰਿਆ ਦਾ, ਅੱਜ ਤੋਂ ਸਾਲ ਡੇਢ ਸਾਲ ਪਹਿਲਾਂ। ਤੇ ਉਹ ਧੋਤੀ ਵਾਲਾ ਬਾਬਾ ਬਲਬੀਰ ਸਿੰਘ ਉੱਥੇ ਜਾ ਕੇ ਬਹਿ ਗਿਆ, ਮੈਂ ਇਹ ਬੰਨ੍ਹ ਬੰਨਣਾ। ਉਹ ਭਲਿਆ ਮਾਨਸਾ, ਬੰਨ੍ਹ ਬੰਨਣਾ ਤੇਰਾ ਕਰਮ ਨਹੀਂ ਹੈ, ਇਹ ਸਰਕਾਰਾਂ ਦਾ ਕੰਮ ਵਾ। ਉਹਨਾਂ ਦੇ ਕੋਲ ਫੌਜਾਂ ਨੇ, ਉਹਨਾਂ ਦੇ ਕੋਲ ਟੈਂਕ ਨੇ, ਉਹਨਾਂ ਕੋਲ ਜਹਾਜ਼ ਨੇ, ਉਹਨਾਂ ਕੋਲ ਬੇੜੇ ਨੇ, ਉਹਨਾਂ ਕੋਲ ਬੜਾ ਕੁਛ ਵਾ ਫੌਜ ਦੇ ਕੋਲ। ਉਹ ਆਪੇ ਬੰਨਣਗੇ। ਤੂੰ ਕਿਉਂ ਬੰਨ੍ਹ ਬੰਨਣ ਲੱਗ ਪਿਆ? ਤੂੰ ਗੁਰਦੁਆਰੇ ਬੈਠ, ਤੂੰ ਮੰਦਰੇ ਬੈਠ, ਤੂੰ ਰੱਬ ਕਰ ਤੇ ਸੰਗਤਾਂ ਨੂੰ ਰੱਬ ਨਾਲ ਜੋੜ। ਤੇ ਤੇਰਾ ਕੀ ਮਤਲਬ ਹੈ ਉੱਥੇ ਜਾ ਕੇ ਦਰਿਆਵਾਂ ਦੇ ਬੰਨ੍ਹ ਬੰਨੇ? ਤੂੰ ਕਿਉਂ ਬੰਨ੍ਹਦਾ ਫਿਰਦਾ ਹੈ? ਇਹ ਸਾਡੀ ਜ਼ਿੰਮੇਵਾਰੀ ਨਹੀਂ ਹੈ, ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਅਸੀਂ ਕਿਉਂ ਚੁੱਕੀਏ ਸਰਕਾਰ ਦੀ ਜ਼ਿੰਮੇਵਾਰੀ?
ਮਹਾਰਾਜ ਕਹਿੰਦੇ ਨਾ, ਮੁਕਤ ਭੁਗਤ ਜੁਗਤ ਤੇਰੀ ਸੇਵਾ। ਰੱਬ ਦੀ ਸੇਵਾ ਵਿੱਚੋਂ ਇਹ ਕੁਛ ਮਿਲਦਾ ਹੈ।